उस दिन जड़ा लड़का सवेरे वो अलैज करदा कि 4:15 बजे ਉਹਦੇ घर च ਜਾਂ डेरे च ਜਾਂ गुरुद्वारा साहब च एंटर किया है कि उन्हें सैक्रिलेज की है, कुछ इहो जिहा हरकतां कीतियां जिहदे नाल ਉਹਦੇ ਦੱਸਣ मुताबक धर्म की भावना नूं ठेस पहुंची। साडे कोलों अजे तक कोई सैक्रिलेज नज़र नहीं आई। चोरी वाली गल ਜਾਂ कोई होर ਉਹਦਾ मकसद अंदर आउण दा, जिवें ਉਹਨੇ ਦੱਸਿਆ, ਇਹਨੇ ਆਪ ਦੱਸਿਆ कि ਜਦੋਂ मैं आवाज़ सुन के उठिया आ 4-4:30 वजे के करीब, ये थल्ले जिहड़ी बाहर ਇਹਦੀ किचन बनी आ ਉਹਦੇ 'ਚ बैठा ਇਹਨੇ ਅੱਗ जलाई हुई सी, गर्म कर रहा सी कुछ, ਤੇ रोटी जिहड़ी ਉੱਥੇ ਪਈ ਸੀ ਉਹਨੂੰ ਖਾਣ ਦੀ कोशिश कर रहा सी। ਜਦੋਂ मैं ਇਹਨੂੰ ਫੜਨ ਦੀ कोशिश ਕੀਤੀ ਤੇ ਭੱਜ ਗਿਆ। कि ਸਾਡੇ ਕੋਲੋਂ ਇਹੋ ਜਿਹਾ ਕੁਛ नहीं सी ਜਿਹਦੇ 'ਚ ਕੋਈ ਵਿਜ਼ੀਬਲ ਸਾਈਨ ਆਫ ਸੈਕਰੀਲੇਜ ਹੋਏ। ਇਹ ਪਿਸਟਲ ਇੱਕ ਰਿਕਵਰ ਹੋਇਆ ਸੀ ਜਿਹੜਾ ਬੜਾ ਸੈਂਸਿਟਿਵ ਸੀ। आई एम अगेन सॉरी कि ਅਸੀਂ ਤੁਹਾਨੂੰ ਇਹ ਗੱਲ ਦੱਸੀ ਨਹੀਂ, ਕਿਉਂਕਿ ਉਸ ਦਿਨ ਇਹ ਤਫਤੀਸ਼ ਦਾ ਹਿੱਸਾ ਸੀ। ਅਮਰਜੀਤ ਸਿੰਘ ਇੱਕ ਇਨਸਾਨ ਆ ਜਿਹਦੇ ਖਿਲਾਫ ਅਸੀਂ ਬਾਈ ਨੇਮ ਪਰਚਾ ਦਿੱਤਾ ਹੈ ਔਰ ਤਕਰੀਬਨ 100 ਦੇ ਕਰੀਬ ਅਨਆਇਡੈਂਟੀਫਾਈਡ ਨੇ, ਜਿਨ੍ਹਾਂ ਚੋਂ 25-30 ਮੁਸੱਲਾ ਨੇ, ਆਰਮਡ ਨੇ। ਅਸੀਂ ਮਲਟੀਪਲ ਸੋਸ਼ਲ ਮੀਡੀਆ ਤੋਂ ਵੀਡੀਓਜ਼ ਕਲੈਕਟ ਕੀਤੀਆਂ, ਮਲਟੀਪਲ ਫੋਟੋਗ੍ਰਾਫ ਦਿੱਤੀਆਂ, ਮਲਟੀਪਲ ਪੁਲਿਸ ਆਫਸਰਸ को ਵੈਰੀਫਾਈ ਕੀਤਾ, ਓਰਲੀ ਵਰਬਲੀ ਸਾਰਿਆਂ ਨੂੰ ਵਿਜ਼ੂਅਲਾਈਜ਼ ਕੀਤਾ, ਸੀਡੀਜ਼ ਬਣਾਈਆਂ, ਮੈਟੀਕੂਲਸ ਰਿਕਾਰਡ ਮੇਨਟੇਨੈਂਸ ਕੀਤਾ, ਪਰ ਗੇਵ ਆਰ ਪ੍ਰੈਜੈਂਟੇਸ਼ਨ ਐਂਡ everyone was, government was very clear that this is a clear cut case and this should be done। ਕਪੂਰਥਲਾ ਬੇਅਦਬੀ ਮਾਮਲੇ 'ਚ ਨਵਾਂ ਮੋੜ ਆਇਆ ਹੈ। ਇਸ ਸੰਬੰਧੀ ਆਈਜੀ ਜੀਐਸ ਢਿੱਲੋਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਮਾਮਲੇ 'ਚ ਗੁਰਦੁਆਰੇ ਦੇ ਗ੍ਰੰਥੀ ਸਣੇ 100 ਅਣਪਛਾਤੇ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਸਰ, ਅੱਜ ਦਾ ਜਿਹੜਾ ਐਫਆਈਆਰ ਦਰਜ ਹੋਈ ਆ ਔਰ ਬਾਬੇ ਨੂੰ ਅਰੈਸਟ ਕੀਤਾ ਗਿਆ, ਉਹਦੇ ਬਾਰੇ ਥੋੜਾ ਬਰੀਫ ਕਰ ਦਿਓ। ਸੋ ਤੁਹਾਡੇ ਸਾਰਿਆਂ 'ਚ ਧਿਆਨ 'ਚ ਆ ਕਿ 19 ਤਰੀਕ ਨੂੰ ਇੱਕ ਐਫਆਈਆਰ ਦਰਜ ਹੋਈ ਸੀ, ਐਫਆਈਆਰ ਨੰਬਰ 305, ਪੁਲਿਸ ਸਟੇਸ਼ਨ ਕੋਤਵਾਲੀ ਕਪੂਰਥਲਾ, ਡੇਟਡ 19/12/21 ਅੰਡਰ ਸੈਕਸ਼ਨ 295A। ਇਹ ਐਫਆਈਆਰ ਦੇ ਕੰਪਲੇਨੈਂਟਸ ਸੀ ਅਮਰਜੀਤ ਸਿੰਘ ਸਨ ਆਫ ਭਗਤ ਸਿੰਘ, ਵਾਸੀ ਡੇਰਾ ਜਾਂ ਗੁਰਦੁਆਰਾ ਸਾਹਿਬ, ਨਿਜ਼ਾਮਪੁਰ ਮੋੜ, ਬਾਦਸ਼ਾਹਪੁਰ, ਕੋਤਵਾਲੀ, ਕਪੂਰਥਲਾ। ਉਸ ਦਿਨ ਜੋ ਹਾਲਾਤ ਸੀ, ਜੋ ਕੰਡੀਸ਼ਨ ਸੀ, ਉਹ ਸਾਰੀਆਂ ਤੁਹਾਡੇ ਕੋਲੋਂ ਵਿਜ਼ੀਬਲ ਸੀ, ਤੁਸੀਂ ਸਾਰੇ ਹਾਜ਼ਰ ਸੀ। ਉਸ ਦਿਨ ਜਿਹੜਾ ਲੜਕਾ ਸਵੇਰੇ ਉਹ ਅਲੈਜ ਕਰਦਾ ਕਿ 4:15 ਵਜੇ ਉਹਦੇ ਘਰ 'ਚ ਜਾਂ ਡੇਰੇ 'ਚ ਜਾਂ ਗੁਰਦੁਆਰਾ ਸਾਹਿਬ 'ਚ ਐਂਟਰ ਕੀਤਾ ਹੈ ਕਿ ਉਹਨੇ ਸੈਕਰੀਲੇਜ ਕੀਤੀ ਹੈ, ਕੁਛ ਇਹੋ ਜਿਹਾ ਹਰਕਤਾਂ ਕੀਤੀਆਂ ਜਿਹਦੇ ਨਾਲ ਉਹਦੇ ਦੱਸਣ ਮੁਤਾਬਕ ਧਰਮ ਦੀ ਭਾਵਨਾ ਨੂੰ ਠੇਸ ਪਹੁੰਚੀ। ਅਸੀਂ ਉਸ ਦਿਨ ਦੱਸਿਆ ਸੀ ਤੁਹਾਨੂੰ, ਮੈਂ ਹੀ ਆਪ ਹੀ ਦੱਸਿਆ ਸੀ ਕਿ ਸਾਡੇ ਕੋਲੋਂ ਇਹੋ ਜਿਹਾ ਕੁਛ ਨਹੀਂ ਸੀ ਜਿਹਦੇ 'ਚ ਕੋਈ ਵਿਜ਼ੀਬਲ ਸਾਈਨ ਆਫ ਸੈਕਰੀਲੇਜ ਹੋਏ, ਪਰ ਲਾਅ ਦੇ ਮੁਤਾਬਕ ਅਸੀਂ ਉਹਦੀ ਕੰਪਲੇਂਟ ਨੂੰ ਸਹੀ ਮੰਨਦੇ ਹੋਏ ਕੇਸ ਰਜਿਸਟਰ ਕੀਤਾ ਸੀ, ਕਾਇਦੇ ਨੂੰ ਫੋਲੋ ਕੀਤਾ ਸੀ। ਅਗਲੀ ਗੱਲ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਆਉਂਦੀ ਸੀ ਕਿ ਜਿਹੜਾ ਉਹਨੂੰ ਬਰੂਟਲੀ ਮਰਡਰ ਕੀਤਾ ਗਿਆ, ਕਤਲ ਕੀਤਾ ਗਿਆ, ਮਾਰਿਆ ਗਿਆ, ਬਿਲਕੁਲ ਸਹੀ ਸੀ। ਆਈ ਵਾਂਟ ਟੂ ਸੇ ਵੈਰੀ ਓਨੈਸਟਲੀ that ਮੇਰੇ SHO, ਮੇਰੇ DSP, ਮੇਰੇ SP ਫੋਰਸ ਪ੍ਰੈਜ਼ੈਂਟ ਸੀ, ਐਂਡ ਆਈ ਐਮ ਸੌਰੀ that an innocent person, unarmed person died in a brutal attack. But I am also very confident of my team and everyone that we were able to handle a very sensitive matter, and it was a sensitive issue. It could have spread far in the state. That day we were little bit sure that there is a case of murder made out, but क्योंकि आइडेंटिफिकेशन नहीं सी हुई जड़ा डिसीज्ड है और सैक्रिलेज का मैटर विजिबली क्लीयर नहीं सी हो रहा, जिन्नी देर तक आइडेंटिफिकेशन नहीं होंदी डिसीज की 72 घंटे वास्ते सानू रखना जरूरी सी। ये पिस्टल एक रिकवर होया सी जड़ा बड़ा सेंसिटिव सी,
ਆਈ ਐਮ ਅਗੇਨ ਸੌਰੀ ਕਿ ਅਸੀਂ ਤੁਹਾਨੂੰ ਇਹ ਗੱਲ ਦੱਸੀ ਨਹੀਂ, ਕਿਉਂਕਿ ਉਸ ਦਿਨ ਇਹ ਤਫਤੀਸ਼ ਦਾ ਹਿੱਸਾ ਸੀ। ਦੌਰਾਨੇ ਪ੍ਰੈਸ ਕਾਨਫਰੰਸ SHO ਨਾਲ ਗੱਲ ਹੋਈ ਸੀ, ਔਰ ਜਦੋਂ ਕੁਝ ਗੱਲਾਂ ਦੱਸੀਆਂ ਤੇ ਜੈਨੂਅਨਲੀ ਉਹਨਾਂ ਦੀਆਂ ਗੱਲਾਂ ਨੂੰ ਸਹੀ ਮੰਨਦੇ, SHO ਦੀ ਗੱਲ ਨੂੰ ਸਹੀ ਮੰਨਦੇ, ਅਸੀਂ ਇਮੀਡੀਏਟਲੀ FIR ਰਜਿਸਟਰ ਹੋਣ ਵਾਸਤੇ ਇੱਕ ਵਾਰੀ ਰਿਵਿਊ ਕੀਤਾ ਸੀ ਕਿ ਮੈਟਰ ਵੱਡਾ ਇਸ਼ੂ ਨਾ ਬਣ ਜਾਏ। ਠੀਕ ਹੈ, ਹੁਣ ਅਸੀਂ 72 ਘੰਟੇ ਤੋਂ ਬਾਅਦ ਉਹਦਾ ਪੋਸਟਮਾਰਟਮ ਹੋ ਗਿਆ। ਪੋਸਟਮਾਰਟਮ ਦੀ ਰਿਪੋਰਟ ਜਿਹੜਾ ਪੜੂਗਾ ਇੱਕ ਨਾਰਮਲ ਇਨਸਾਨ ਵੀ, ਅਸੀਂ ਤੇ ਪੁਲਿਸ ਅਫਸਰ ਆ, ਸਾਡਾ ਤੇ ਫਰਜ਼ ਬਣਦਾ ਟੂ ਅਲਾਓ ਦ ਲਾਅ ਟੂ ਸੈਟ ਇਨ ਕੋਰਸ। ਜਿਹੜਾ ਨਾਰਮਲ ਇਨਸਾਨ ਵੀ ਪੜੂਗਾ ਉਹ ਵੀ ਸੋਚੂਗਾ ਇਟ ਵਾਸ ਅ ਬਰੂਟਲ ਅਟੈਕ। ਬੇਸਡ ਔਨ ਆਰ ਇਨਵੈਸਟੀਗੇਸ਼ਨ ਵੈਰੀਫਿਕੇਸ਼ਨ we have today added section 302, 307, 353, 186, 25, 27, 54, 148, 49, 120B IPC. Pistol is with us, we have recovered. ਉਹਦੇ ਨਾਲ ਕੈਟਰੇਜ ਔਰ ਜਿਹੜੀ ਉਹਨੇ 2 ਗੋਲੀਆਂ ਚਲਾਈਆਂ ਸੀ ਖਾਲੀ ਖੋਲ, ਉਹ ਵੀ ਅਵੇਲੇਬਲ ਨੇ। ਜਿਹੜੇ ਬੰਦੇ ਨੇ ਚਲਾਈਆਂ ਸੀਗੀਆਂ ਉਹ ਬੰਦਾ ਅਨਆਇਡੈਂਟੀਫਾਈਡ ਹੈ, ਲੇਕਿਨ ਉਹਦੀ ਫੋਟੋਗ੍ਰਾਫ, ਉਹਦੀ ਵੀਡੀਓਗ੍ਰਾਫ, ਉਹਦਾ ਹੁਲੀਆ FIR ਦੇ ਵਿੱਚ ਕ੍ਰਾਸ ਕੇਸ ਦੇ ਵਿੱਚ ਰਿਕਾਰਡ ਹੋ ਗਿਆ। ਜਿਹੜਾ ਅਸੀਂ ਕ੍ਰਾਸ ਕੇਸ ਇਸ ਕੇਸ ਦੇ ਵਿੱਚ ਐਡ ਕੀਤਾ ਹੈ ਉਹ ਵਾਈਡ DDR ਨੰਬਰ 14 ਡੇਟਡ 24/12/21 ਅੱਜ ਮਾਰਨਿੰਗ ਐਡ ਕੀਤਾ ਗਿਆ ਹੈ, ਤੇ DDR ਨੰਬਰ 15 ਦੇ ਤਹਿਤ following the law, following the merit, being transparent after taking everybody, all the stakeholders into confidence, we have arrested Amarjeet Singh, son of Bhagat Singh, Wasi, that Dera or Gurdwara Sahib, Gurdwara Nizampur Mode. Sir, ਬਾਬੇ ਦੇ ਨਾਲ ਹੋਰ ਕਿੰਨੇ ਬੰਦੇ ਦੇ ਮਾਮਲਾ ਦਰਜ ਹੋਇਆ? Yes, ਅਮਰਜੀਤ ਸਿੰਘ ਇੱਕ ਇਨਸਾਨ ਆ ਜਿਹਦੇ ਖਿਲਾਫ ਅਸੀਂ ਬਾਈ ਨੇਮ ਪਰਚਾ ਦਿੱਤਾ ਹੈ, ਔਰ ਤਕਰੀਬਨ 100 ਦੇ ਕਰੀਬ ਅਨਆਇਡੈਂਟੀਫਾਈਡ ਨੇ, ਜਿਨ੍ਹਾਂ ਚੋਂ 25-30 ਮੁਸੱਲਾ ਨੇ, ਆਰਮਡ ਨੇ। ਅਸੀਂ ਮਲਟੀਪਲ ਸੋਸ਼ਲ ਮੀਡੀਆ ਤੋਂ ਵੀਡੀਓਜ਼ ਕਲੈਕਟ ਕੀਤੀਆਂ, ਮਲਟੀਪਲ ਫੋਟੋਗ੍ਰਾਫ ਦਿੱਤੀਆਂ, ਮਲਟੀਪਲ ਪੁਲਿਸ ਆਫਸਰਸ ਕੋ ਵੈਰੀਫਾਈ ਕੀਤਾ, ਓਰਲੀ ਵਰਬਲੀ ਸਾਰਿਆਂ ਨੂੰ ਵਿਜ਼ੂਅਲਾਈਜ਼ ਕੀਤਾ, CDs ਬਣਾਈਆਂ, ਮੈਟੀਕੂਲਸ ਰਿਕਾਰਡ ਮੇਨਟੇਨੈਂਸ ਕੀਤਾ, ਪਰ ਗੇਵ ਆਰ ਪ੍ਰੈਜੈਂਟੇਸ਼ਨ ਐਂਡ everyone was, government was very clear that this is a clear cut case and this should be done. ਸਰ ਕੁੱਲ ਕਿੰਨੇ ਬੰਦੇ ਅਰੈਸਟ ਕੀਤੇ ਗਏ ਅਸਲੇ? ਇੱਕ ਤੇ ਬਹੁਤ ਸਾਰੇ ਇਹੋ ਜਿਹੇ ਪੇਜ ਬਣੇ ਜਿਨ੍ਹਾਂ ਦੇ ਉਹ ਖੁਦ ਹੀ ਆਥੋਰਾਈਜ਼ਰ ਹੈਗੇ ਆ, ਜਿੱਦਾਂ ਕਿ ਬਹੁਤ ਮੋਹਦਵਾਰ ਬੰਦੇ ਵੀ ਹੈਗੇ, ਤਾਂ ਉਹਦੇ ਵਿੱਚ ਆਇਡੈਂਟੀਫਾਈ ਕਰਨ ਦੀ ਕਿਸ ਤਰ੍ਹਾਂ? ਕੋਈ ਮੁਸ਼ਕਲ ਨਹੀਂ ਆਏਗੀ, ਬਟ ਮੈਂ ਦੁਬਾਰਾ ਕਹਿਣਾ, ਤੁਸੀਂ ਇਹ ਦੇਖੋ ਕਿ ਦਰਬਾਰ ਸਾਹਿਬ ਦੇ ਵਿੱਚ ਹੋਣ ਤੋਂ ਬਾਅਦ ਇਸ ਚੀਜ਼ ਨੂੰ ਕਨੈਕਟ ਕਰਨ ਵਾਸਤੇ ਸਾਨੂੰ ਕੁਛ ਨਹੀਂ ਮਿਲਿਆ, ਪਰ ਸੈਕਰੇਲੇਜ ਹੋਈ ਹੁੰਦੀ ਤੇ ਅਸੀਂ ਉਹਨੂੰ ਕਨੈਕਟ ਕਰ ਦਿੰਦੇ। ਸਾਡੇ ਕੋਲੋਂ ਅਜੇ ਤੱਕ ਕੋਈ ਸੈਕਰੇਲੇਜ ਨਜ਼ਰ ਨਹੀਂ ਆਈ, ਚੋਰੀ ਵਾਲੀ ਗੱਲ ਜਾਂ ਕੋਈ ਹੋਰ ਉਹਦਾ ਮਕਸਦ ਅੰਦਰ ਆਉਣ ਦਾ। ਜਿਵੇਂ ਉਹਨੇ ਦੱਸਿਆ, ਇਹਨੇ ਆਪ ਦੱਸਿਆ ਕਿ ਜਦੋਂ ਮੈਂ ਆਵਾਜ਼ ਸੁਣ ਕੇ ਉੱਠਿਆ ਆ 4-4:30 ਵਜੇ ਦੇ ਕਰੀਬ, ਇਹ ਥੱਲੇ ਜਿਹੜੀ ਬਾਹਰ ਇਹਦੀ ਕਿਚਨ ਬਣੀ ਆ ਉਹਦੇ 'ਚ ਬੈਠਾ ਇਹਨੇ ਅੱਗ ਜਲਾਈ ਹੋਈ ਸੀ, ਗਰਮ ਕਰ ਰਿਹਾ ਸੀ ਕੁਛ, ਤੇ ਰੋਟੀ ਜਿਹੜੀ ਉੱਥੇ ਪਈ ਸੀ ਉਹਨੂੰ ਖਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਮੈਂ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਭੱਜ ਗਿਆ। ਠੀਕ ਹੈ, ਅਸੀਂ ਜਦੋਂ ਸਾਰਾ ਕੁਝ ਖਤਮ ਹੋਣ ਤੋਂ ਬਾਅਦ ਮੈਂ SSP ਤੇ ਮੇਰੀ ਟੀਮ ਸਾਰੇ ਗਏ ਆ, ਅਸੀਂ ਦੇਖਿਆ there was no sacrilege element physically visible to us. This is what ਸਰ ਇਸ ਐਕਸੀਡੈਂਟ ਦੇ ਵਿੱਚ ਕੁਝ ਪੁਲਿਸ ਅਫਸਰ ਵੀ ਜ਼ਖਮੀ ਹੋਏ? ਦੇਖੋ, ਯੈਸ, ਅਸੀਂ ਉਦੋਂ ਵੀ ਦੱਸਿਆ ਕਿ ਸਾਡੇ 3 ਪੁਲਿਸ ਅਫਸਰ ਇਹਦੇ ਵਿੱਚ ਇੰਜਰ ਹੋਏ ਸੀਗੇ, ਔਰ ਆਈ ਐਮ ਥੈਂਕਫੁਲ ਟੂ ਗੋਡ, ਪਰਮਾਤਮਾ ਦਾ ਬਹੁਤ ਸ਼ੁਕਰ ਰਿਹਾ। ਜਦੋਂ ਗੋਲੀ ਚੱਲੀ ਆ, 2 ਗੋਲੀਆਂ ਉਹਨੇ ਫਰਸ਼ ਤੇ ਮਾਰੀਆਂ ਨੇ ਉਸ ਬੰਦੇ ਨੇ, ਅਨਆਇਡੈਂਟੀਫਾਈਡ ਬੰਦੇ ਨੇ। ਅਸੀਂ ਉਦੋਂ ਤੁਹਾਨੂੰ ਤਫਤੀਸ਼, ਕਿਉਂਕਿ ਸਾਨੂੰ ਸੀਗਾ ਕਿ ਪੂਰੀ ਗੱਲ ਸਾਹਮਣੇ ਆ ਜਾਏ। ਮੇਰੇ SHO ਦੇ ਦੱਸਣ ਮੁਤਾਬਕ ਹੀ ਨੈਰੋਲੀ escaped that bullet। ਠੀਕ ਹੈ, that is why we have added even 307। ਸਰ ਇਦਾਂ ਦੇ ਜਿਹੜੇ ਮਾਮਲੇ ਨੂੰ ਠੱਲ ਪਾਉਣ ਲਈ ਕੋਈ ਗਾਂਹ ਵੀ ਕੋਈ ਪਲੈਨਿੰਗ ਹੈਗੀ ਪੁਲਿਸ ਦੀ? ਦੇਖੋ, ਪੁਲਿਸ ਦੀ ਪਲੈਨਿੰਗ ਦੇਖੋ ਆਪਣੀ ਕੋਈ ਨਹੀਂ ਹੁੰਦੀ। ਅਸੀਂ ਤੇ ਲਾਅ ਐਂਡ ਆਰਡਰ ਵਾਸਤੇ ਫੋਰਸ ਡਿਪਲੋਏ ਕੀਤੀ, ਸਾਰੇ ਐਫਰਟ ਕੀਤੇ, ਸਾਰੀ ਟੀਮ ਨੇ ਰਿਸਟ੍ਰੇਂਟ ਮੇਨਟੇਨ ਕੀਤਾ, ਇਨ ਐਵਰੀ ਐਫਰਟ ਕੀਤਾ ਕਿ ਸਿਚੁਏਸ਼ਨ ਜੋ ਹੈ ਉਹ ਚਾਹੁੰਦੇ ਨੇ, ਫਰਜ਼ ਕਰੋ ਫਰਜ਼ ਇਹ ਜੇ ਉਹਨਾਂ ਦਾ ਮਨਸ਼ਾ ਹੋਏ ਕਿ ਅਸੀਂ ਲਾਅ ਐਂਡ ਆਰਡਰ ਨੂੰ ਖਰਾਬ ਕਰਨਾ, ਵੀ ਹੈਵ ਮੇਡ ਆਰ ਐਫਰਟ ਕਿ ਪਬਲਿਕ ਨੂੰ ਇਨਕਨਵੀਨੀਅੰਸ ਨਾ ਹੋਏ, ਲਾਅ ਐਂਡ ਆਰਡਰ ਖਰਾਬ ਨਾ ਹੋਏ, ਔਰ ਮੈਰਿਟ ਦੇ ਉੱਪਰ ਜੋ ਤਫਤੀਸ਼ ਹੋਈ ਆ ਉਹਦੇ ਤਹਿਤ ਐਕਸ਼ਨ ਕੀਤਾ।
ਸਰ ਅਗਲੇ ਸਰ ਜਿਹੜੇ ਬਾਬਾ ਬੰਦੇ ਅਮਰਜੀਤ ਸਿੰਘ ਉਹ ਦੇ ਕਦੋਂ ਤੱਕ ਆਈਐਸਆਈ ਨਾਲ ਔਰ ਕੈਟ ਨਾਲ ਸੰਬੰਧ ਵੀ ਦੱਸੇ ਜਾ ਰਹੇ ਨੇ, ਬੜੀ ਇਸ ਗੱਲ ਦੀ ਚਰਚਾ ਹੋ ਰਹੀ ਹੈ, ਕੀ ਕਹਿਣਾ ਚਾਹੋਗੇ? ਸੌਰੀ, ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗਾ ਕਿ ਇਹ ਜਿਹੜੀ ਪਰਸੈਪਸ਼ਨ ਆ ਕਿ ਉਹ ਇੱਕ ਕੈਟ ਆ ਜਾਂ ਉਹਦੇ ਆਈਐਸਆਈ ਨਾਲ ਲਿੰਕ ਆ, ਇਸ ਪਰਸੈਪਸ਼ਨ ਦੇ ਉੱਪਰ ਮੇਰੇ ਵੱਲੋਂ ਇਸ ਟਾਈਮ ਤੇ ਕਮੈਂਟ ਕਰਨਾ ਪੋਸੀਬਲ ਨਹੀਂ ਹੈ। ਤਫਤੀਸ਼ ਦੇ ਵਿੱਚ ਕੋਈ ਗੱਲ ਆਉਂਦੀ ਆ, ਮੇਰੇ ਕੋਲ ਕੋਈ ਹਾਰਡ ਐਵੀਡੈਂਸ ਹੈਗਾ ਤੇ ਮੈਂ ਦੱਸ ਸਕੂੰਗਾ, ਲੇਕਿਨ ਇਹੋ ਜਿਹੀਆਂ ਗੱਲਾਂ ਹੋਣਾ ਕੋਈ ਪੰਜਾਬ ਨੇ ਬਹੁਤ ਫੇਸ ਕੀਤਾ ਹੈ ਤੇ ਇਹ ਆਈਐਸਆਈ ਦਾ ਰੋਲ, ਮੈਂ ਟੈਰਰਿਜ਼ਮ ਵੀ ਲੜੀ ਆ, ਅਸੀਂ ਦੇਖਿਆ ਆ ਕਿ ਇਹੋ ਜਿਹਾ ਰੋਲ ਜਿਹੜੀ ਏਜੰਸੀ ਦਾ ਤੁਸੀਂ ਨਾਂ ਲੈ ਰਹੇ ਹੋ, ਪੁਰਾਣੇ ਟੈਰਰਿਜ਼ਮ ਨੂੰ ਫਾਈਟ ਕਰਨ ਲੱਗਿਆ ਸਾਡੇ ਕੋਲ ਬੜੇ ਸਬੂਤ ਸੀ ਕਿ ਉਹ ਪੰਜਾਬ ਦੀ ਪ੍ਰੋਬਲਮ ਵਾਸਤੇ ਇੰਜ ਕਰਦੇ ਰਹੇ। ਸਰ ਬਾਬੇ ਨੇ ਇਹ ਮੁੱਦਾ ਕੱਲ ਹੀ ਬਣਾਇਆ ਕਿ ਪਪੂਲਰ ਹੋਣ ਲਈ ਬਣਾਇਆ ਕਿ I will be able to tell once my team investigates ਕਿ why did he do it। ਸਰ ਜਿਹੜੇ ਬੰਦੇ ਵੀਡੀਓ ਚ ਆਏ ਉਹ ਕਦੋਂ ਤੱਕ ਕਨਫਰਮ ਹੋਏ ਨੇ? ਇਹ ਮੇਰੇ ਕੋਲ ਟਾਈਮ ਲਿਮਿਟ ਤਫਤੀਸ਼ ਦੇ ਵਿੱਚ ਮੈਂ ਦੱਸ ਨਹੀਂ ਸਕੂੰਗਾ, ਬਟ ਆਈ ਅਸ਼ੋਰ ਯੂ ਜਿਹੜੇ ਕੁੱਟ ਵੀ ਰਹੇ ਸੀਗੇ ਉਹਨਾਂ ਨੂੰ ਉਸ ਟਾਈਮ ਉੱਥੇ, ਉਹ ਤਾਂ ਵੀਡੀਓ ਦੇ ਵਿੱਚ ਕਨਫਰਮ ਹੀ ਹੈ। ਤੁਹਾਡੇ ਮੁਤਾਬਕ ਕਨਫਰਮ ਨੇ, ਸਰ ਕਾਫੀ ਪਪੂਲਰ ਫੇਸ ਹੈ ਹੋ ਸਕਦਾ, ਠੀਕ ਹੈ, ਤਫਤੀਸ਼ ਨੂੰ ਉਹਨਾਂ ਦੇ ਖੁਦ ਦੇ ਆਲਰੇਡੀ ਪਪੂਲਰ ਪੇਜ ਬਣੇ ਹੋਏ ਤਫਤੀਸ਼ ਨੂੰ ਦੇਖਣ ਦਿਓ। ਮੈਂ ਦੇਖ ਲਿਆ, ਤੁਸੀਂ ਦੇਖ ਲਿਆ ਨਹੀਂ, ਤਫਤੀਸ਼ ਦੇਖੇ। ਕਾਫੀ ਅਫਸਰਾਂ ਨਾਲ ਬਹਿਸਬਾਜ਼ੀ ਵੀ ਕਰ ਰਹੇ ਹੋ ਸਾਰਿਆਂ, ਹਾਂਜੀ, ਕਾਫੀ ਅਫਸਰਾਂ ਨਾਲ ਬਹਿਸਬਾਜ਼ੀ ਵੀ ਕਰ ਰਹੇ ਹੋ। ਕੋਈ ਗੱਲ ਨਾਟ ਅ ਪ੍ਰੋਬਲਮ। ਸਰ ਕੁਝ ਇਦਾਂ ਦਾ ਵੀ ਸਾਹਮਣੇ ਆਇਆ ਕਿ ਬਾਬੇ ਕੋਲ ਹੁਣ ਤੱਕ ਕੁੱਲ ਕਿੰਨੇ ਪਾਕਿਸਤਾਨ ਦੇ ਵੀਜ਼ੇ ਸੀਗੇ ਜਾਂ ਕੋਈ ਇਹੋ ਜਿਹੀ ਕੋਈ ਕੰਟਰੋਵਰਸੀ ਜਿਹੜੀ ਉਹਦੇ ਨਾਲ ਸੰਬੰਧਿਤ ਹੋਵੇ? ਦੇਖੋ, ਆਈ ਵੁੱਡ ਰਿਕੁਐਸਟ ਵਨ ਥਿੰਗ ਪਲੀਜ਼, ਵੀ ਹੈਵ ਅਰੈਸਟਡ ਹਿਮ ਟੁਡੇ। ਅਸੀਂ ਉਹਦਾ ਪਾਸਪੋਰਟ ਜਾਂ ਪਰਸਨਲ ਡਾਕੂਮੈਂਟਸ ਨੂੰ ਕਸਟਡੀ 'ਚ ਨਹੀਂ ਲੈ ਸਕਦੇ ਜਿੰਨੀ ਦੇਰ ਤੱਕ ਸਾਡੇ ਕੋਲੋਂ ਕੋਈ ਕਾਨੂੰਨੀ ਜ਼ਾਬਤਾ ਇਨਵੋਲਡ ਨਹੀਂ ਸੀ। ਹੁਣ ਕਾਨੂੰਨੀ ਜ਼ਾਬਤਾ ਇਨਵੋਲਡ ਹੈ, ਉਹਦਾ ਪਾਸਪੋਰਟ ਰਿਕਵਰ ਕਰਾਂਗੇ, ਉਹਦੇ ਤੇ ਚੈੱਕ ਕਰਾਂਗੇ, ਜੇ ਇਹੋ ਜੀ ਕੋਈ ਗੱਲ ਹੋਏਗੀ ਤੁਹਾਡੇ ਧਿਆਨ 'ਚ ਲਿਆ ਸਰ ਲਾਸਟ ਕੁਐਸਚਨ ਆ ਕਿ ਸਵੇਰ ਤੋਂ ਹੀ ਬਾਬੇ ਦੇ ਘਰ ਦੇ ਵਿੱਚ ਜਿਹੜਾ ਸਮਾਨ ਆ ਉਹ ਇਕੱਠਾ ਕੀਤਾ ਜਾ ਰਿਹਾ ਸੀਗਾ ਔਰ ਸਾਰਾ ਦਾ ਸਾਰਾ ਸਮਾਨ ਇਕੱਠਾ ਕਰਕੇ ਇੱਕ ਟੈਂਪੂ 'ਚ ਪਾ ਕੇ ਔਰ ਸਾਰਾ ਪਰਿਵਾਰ ਜਿਹੜਾ ਉੱਥੋਂ ਗਾਇਬ ਹੋ ਗਿਆ ਜਿੱਦਾਂ ਹੀ ਅਰੈਸਟ ਹੋਈ। ਕੀ ਇਹਦਾ ਮਤਲਬ ਕਿ ਬਾਬੇ ਨੂੰ ਪਹਿਲਾਂ ਹੀ ਪਤਾ ਸੀ ਕਿ ਮੇਰੀ ਅੱਜ ਅਰੈਸਟ ਹੋ ਜਾਣੀ ਹੈ? ਆਈ ਵਿਲ ਨਾਟ ਬੀ ਏਬਲ ਟੂ ਕਮੈਂਟ, ਕਿਉਂਕਿ ਆ ਤੁਸੀਂ ਮੈਨੂੰ ਦੱਸ ਲਿਓ ਕਿ ਇਹੋ ਜਿਹਾ ਕੁਝ ਹੋਇਆ। ਐਸਐਸਪੀ ਸਾਹਿਬ ਲਾਗੇ ਬੈਠੇ ਨੇ, ਮੈਨੂੰ ਨਹੀਂ ਪਤਾ, ਇਹਨਾਂ ਨੂੰ ਵੀ ਨਹੀਂ ਪਤਾ ਸ਼ਾਇਦ। ਮੇਰੀ ਟੀਮ ਤੋਂ ਮੈਂ ਤੁਹਾਡੇ ਕੋਲ ਆਹ ਬਰੀਫ ਲੈ ਕੇ ਆਇਆ, ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਵਿਲ ਵੈਰੀਫਾਈ। ਦੱਸਦੇ ਕਿ ਸ਼੍ਰੀ ਦਰਬਾਰ ਸਾਹਿਬ 'ਚ ਵਾਪਰੀ ਬੇਅਦਬੀ ਦੀ ਘਟਨਾ ਤੋਂ ਬਾਅਦ ਕਪੂਰਥਲਾ 'ਚ ਵੀ ਮਾਹੌਲ ਤਣਾਅਪੂਰਨ ਹੋ ਗਿਆ ਸੀ। ਕਿਹਾ ਜਾ ਰਿਹਾ ਸੀ ਕਿ ਕਪੂਰਥਲਾ 'ਚ ਵੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹੁਣ ਪੁਲਿਸ ਵੱਲੋਂ ਇਸ ਮਾਮਲੇ 'ਚ ਕਾਰਵਾਈ ਕੀਤੀ ਗਈ ਹੈ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। 5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।